ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ ਵਿਆਖਿਆ ਕਰ ਰਹੇ ਹਾਂ ਅਤੇ ਅੱਜ ਪੰਜਵੀਂ ਪੌੜੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਜੋ ਸ਼ੁਰੂ ਹੁੰਦੀ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ। ਬਚਪਨ 'ਚ ਅਸੀਂ ਦੇਖਿਆ ਹੈ, ਬੱਚਿਆਂ ਨੂੰ ਜਦ ਪੁਸਤਕ ਵਿੱਚੋਂ ਪੜ੍ਹਾਉਂਦੇ ਹਾਂ ਤਾਂ ਪੁਸਤਕ ਵਿੱਚ ਅੱਖਰਾਂ ਦੇ ਨਾਲ ਨਾਲ ਫੋਟੋਆਂ ਵੀ ਬਣਾਈਆਂ ਹੁੰਦੀਆਂ ਨੇ। ਜਿਵੇਂ ਦੱਦਾ ਦੇ ਨਾਲ ਦਵਾਤ ਬਣਾਈ ਹੁੰਦੀ ਹੈ, ਚੱਚਾ ਹੈ, ਚੱਚੇ ਦੇ ਨਾਲ ਚਮਚ ਬਣਾਇਆ ਹੋਇਆ ਹੋਏਗਾ ਅਤੇ ਕੱਕੇ ਦੇ ਨਾਲ ਕਲਮ ਬਣਾ ਦਿੱਤੀ, ਛੱਛੇ ਅੱਖਰ ਨਾਲ ਛਤਰੀ ਬਣਾ ਦਿੱਤੀ। ਦਰਅਸਲ ਚਿੱਤਰ ਬਣਾਉਣ ਦੀ ਲੋੜ ਕਿਉਂ ਪਈ? ਚਿੱਤਰ ਬੱਚਾ ਬਹੁਤ ਛੇਤੀ ਪਕੜਦਾ ਹੈ, ਉਸਦਾ ਚਿੱਤ ਉਸਨੂੰ ਬੋਧ ਹੋ ਜਾਂਦਾ ਹੈ ਵੇਖ ਕੇ। ਹੁਣ ਇਹੀ ਗੱਲ ਹੂਬਹੂ ਇਹ ਸੰਸਕਾਰ ਮਰਦੇ ਦਮ ਤੱਕ ਬਣੇ ਰਹਿੰਦੇ ਨੇ। ਫਿਰ ਅੱਗੇ ਜਾ ਕੇ ਮਨੁੱਖ ਪਰਮਾਤਮਾ ਨੂੰ ਵੀ ਤਸਵੀਰਾਂ ਦੇ ਰਾਹੀਂ ਹੀ ਸਮਝਦਾ ਰਹਿੰਦਾ ਹੈ। ਜਿਵੇਂ ਆਪਾਂ ਵੀ ਵੇਖਿਆ ਹੈ, ਆਮ ਅਸੀਂ ਆਪਣੇ ਗੁਰੂਆਂ ਦੀ ਤਸਵੀਰਾਂ ਬਣਾਈਆਂ ਹੋਈਆਂ ਨੇ। ਆਮ ਹੋਰ ਲੋਕ ਵੀ ਜਿਹੜੇ ਨੇ, ਦੂਜੇ ਧਰਮਾਂ ਦੇ ਵੀ ਆਪਣੇ ਆਪਣੇ ਦੇਵਤਿਆਂ ਦੀ ਫੋਟੋਆਂ ਬਣਾਉਂਦੇ ਆ। ਇਹ ਸਾਰਾ ਸ਼ੁਰੂ ਤੋਂ ਬਚਪਨ ਤੋਂ ਹੀ ਚੱਲਿਆ ਜਾ ਰਿਹਾ ਹੈ। ਤਸਵੀਰਾਂ ਬਣਾਉਣ ਵਾਲੇ ਸਵਰਗ ਦੀ ਵੀ ਤਸਵੀਰ ਬਣਾ ਦਿੰਦੇ ਨੇ, ਨਰਕ ਦੀ ਵੀ ਤਸਵੀਰ ਬਣਾ ਦਿੰਦੇ ਨੇ, ਬਕਾਇਦਾ ਵਿਕਦੀਆਂ ਵੀ ਨੇ ਇਹੋ ਜਿਹੀਆਂ ਤਸਵੀਰਾਂ। ਹੁਣ ਜਿਹੜਾ ਇਹੋ ਜਿਹੀਆਂ ਤਸਵੀਰਾਂ ਬਣਾਉਂਦਾ ਹੈ, ਘਰ ਦਾ ਨਕਸ਼ਾ ਤਾਂ ਭਾਵੇਂ ਨਾ ਬਣਾਉਣਾ ਹੁੰਦਾ ਹੋਵੇ, ਪਰ ਸਵਰਗ ਦੇ ਨਕਸ਼ੇ ਬਣਾਈ ਜਾਂਦੇ ਨੇ। ਇਹ ਸਭ ਮਿਥਿਆ ਨੇ, ਕਲਪਨਾ ਮਾਤਰ ਨੇ। ਹੁਣ ਇੱਥੇ ਵੀ ਗੁਰੂ ਨਾਨਕ ਦੇਵ ਜੀ ਇਹੀ ਕਹਿੰਦੇ ਨੇ, ਥਾਪਿਆ ਨਾ ਜਾਏ। ਪਰਮਾਤਮਾ ਨੂੰ ਸਥਾਪਨ ਨਹੀਂ ਕੀਤਾ ਜਾ ਸਕਦਾ। ਕੋਈ ਚਿੱਤਰ ਸਥਾਪਨ ਕੀਤਾ ਜਾ ਸਕਦਾ ਹੈ, ਕੋਈ ਮੂਰਤੀ ਸਥਾਪਨ ਕੀਤੀ ਜਾ ਸਕਦੀ ਹੈ, ਵਿਅਕਤੀ ਨੂੰ ਕਿਤੇ ਬਿਠਾਇਆ ਜਾ ਸਕਦਾ ਹੈ, ਲੇਕਿਨ ਪ੍ਰਭੂ ਚੇਤਨ ਹੈ, ਵਿਆਪਕ ਹੈ, ਪ੍ਰਕਾਸ਼ ਹੈ, ਦੇਵੀ ਸ਼ਕਤੀ ਹੈ। ਪ੍ਰਭੂ ਕ੍ਰਿਤ ਨਹੀਂ, ਪ੍ਰਭੂ ਕਰਤਾ ਹੈ। ਇਸ ਵਾਸਤੇ ਪੁਰਾਣੀ ਪਰੰਪਰਾ ਜੋ ਇੰਡੀਆ ਦੇ ਵਿੱਚ ਚੱਲੀ ਆ ਰਹੀ ਹੈ, ਲੇਕਿਨ ਉਹਦੇ ਹਿਸਾਬ ਨਾਲ ਦੇਖਿਆ ਜਾਏ ਤਾਂ ਉਹ ਮੂਰਤੀਆਂ ਬਣਾਉਂਦੇ ਨੇ, ਤਸਵੀਰਾਂ ਬਣਾਉਂਦੇ ਨੇ। ਲੇਕਿਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਈਸ਼ਵਰ ਕੋਈ ਕ੍ਰਿਤ ਨਹੀਂ ਹੈ, ਜੜ ਨਹੀਂ ਹੈ, ਚਿੱਤਰ ਨਹੀਂ ਹੈ, ਮੂਰਤੀ ਨਹੀਂ ਹੈ, ਵਿਅਕਤੀ ਨਹੀਂ ਹੈ। ਇਸ ਕਰਕੇ ਉਹਨੂੰ ਸਥਾਪਨ ਨਹੀਂ ਕੀਤਾ ਜਾਂਦਾ। ਅੱਗੇ ਕਹਿੰਦੇ ਨੇ, ਕੀਤਾ ਨਾ ਹੋਏ, ਭਾਵ ਉਸ ਨੂੰ ਬਣਾਇਆ ਵੀ ਨਹੀਂ ਜਾ ਸਕਦਾ। ਪ੍ਰਭੂ ਸਾਡੀ ਕ੍ਰਿਤ ਨਹੀਂ, ਅਸੀਂ ਪ੍ਰਭੂ ਦੀ ਕ੍ਰਿਤ ਹਾਂ। ਅਗਰ ਪਰਮਾਤਮਾ ਸਾਡੀ ਹੀ ਕ੍ਰਿਤ ਹੈ ਤੇ ਪਰਮਾਤਮਾ ਦੇ ਫਿਰ ਪੂਜਣ ਦੀ ਕੀ ਲੋੜ ਹੈ ਸਾਨੂੰ? ਜਦ ਜਪ ਕਰਦਿਆਂ, ਸਿਮਰਨ ਕਰਦਿਆਂ ਭਗਤਾਂ ਨੂੰ, ਗੁਰੂਆਂ ਨੂੰ ਝਲਕ ਪਈ ਤੇ ਉਹਨਾਂ ਦੀ ਰਸਨਾ ਤੋਂ ਇਹੀ ਨਿਕਲਿਆ ਕਿ ਉਹ ਕ੍ਰਿਤ ਨਹੀਂ। ਕ੍ਰਿਤ ਤੇ ਕਿਉਂਕਿ ਮਿਟ ਜਾਂਦੀ ਹੈ, ਕ੍ਰਿਤ ਜੜ ਹੈ, ਨਿਚਲ ਨਹੀਂ ਹੈ। ਅੱਜ ਹੈ, ਕੱਲ ਖਤਮ ਹੈ, ਲੇਕਿਨ ਕਰਤਾ ਸਦੀਵੀ ਹੈ, ਹਮੇਸ਼ਾ ਹੈ। ਪਰਮਾਤਮਾ ਕੀਤਾ ਨਹੀਂ ਜਾ ਸਕਦਾ, ਬਣਾਇਆ ਨਹੀਂ ਜਾ ਸਕਦਾ ਉਹਨੂੰ। ਗੁਰੂ ਗੋਬਿੰਦ ਸਿੰਘ ਵੀ ਕਹਿੰਦੇ ਨੇ, ਬਿਨ ਕਰਤਾਰ ਨਾ ਕ੍ਰਿਤਿਮ ਮਾਨੋ। ਕਹਿੰਦੇ ਨੇ, ਅਭਿਆਸੀਓ ਬਿਨਾਂ ਕਰਤਾਰ ਤੋਂ ਕ੍ਰਿਤ ਨੂੰ ਕਰਤਾ ਨਾ ਮੰਨੋ। ਕ੍ਰਿਤ ਨੂੰ ਕਰਤਾ ਜਾਣ ਕੇ ਨਾ ਚੁੱਕੋ। ਹਾਂ, ਕਰਤਾ ਮਹਾਨ ਹੈ, ਉਹਦੀ ਕ੍ਰਿਤ ਵੀ ਮਹਾਨ ਹੈ, ਪਰ ਕ੍ਰਿਤ ਮਿਟ ਜਾਂਦੀ ਹੈ, ਕ੍ਰਿਤ ਨਾਸ਼ ਹੋ ਜਾਂਦੀ ਹੈ। ਕ੍ਰਿਤ ਅੱਜ ਹੈ, ਕੱਲ ਨਹੀਂ। ਸਮੂਹ ਬ੍ਰਹਮੰਡ ਖੰਡ ਸਾਰੇ ਪ੍ਰਭੂ ਦੀ ਕ੍ਰਿਤ ਨੇ। ਉਹ ਆਪ ਵੱਡਾ ਹੈ, ਉਸਦੀ ਕ੍ਰਿਤ ਵੱਡੀ ਹੈ, ਪਰ ਕ੍ਰਿਤ ਕਿਤਨੀ ਵੀ ਵੱਡੀ ਕਿਉਂ ਨਾ ਹੋਏ, ਆਖਿਰ ਮਿਟ ਜਾਂਦੀ ਹੈ, ਆਖਿਰ ਨਾਸ਼ ਹੋ ਜਾਂਦੀ ਹੈ। ਤੇ ਸਾਹਿਬ ਕਹਿੰਦੇ ਨੇ, ਇਸ ਕਰਕੇ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਤੇ ਫਿਰ ਉਹ ਕੈਸਾ ਹੈ? ਆਪੇ ਆਪ ਨਿਰੰਜਨ ਸੋਏ। ਸਤਿਗੁਰ ਕਹਿੰਦੇ ਨੇ, ਆਪਣੇ ਆਪ ਤੋਂ ਹੀ ਉਹ ਆਪ ਸੁਭਾਇਮਾਨ ਹੈ ਔਰ ਨਿਰਲੇਪ ਹੈ, ਕ੍ਰਿਤ ਤੋਂ ਉੱਚਾ ਹੈ। ਔਰ ਨਿਰਲੇਪ ਐਸਾ ਹੈ ਜੈਸੇ ਚਿੱਤਰਕਾਰ ਨੇ ਕੋਈ ਚਿੱਤਰ ਬਣਾਇਆ ਤੇ ਚਿੱਤਰ ਬਣਾ ਕੇ ਆਪ ਪਾਸੇ ਹੋ ਗਿਆ। ਇਸ ਵਾਸਤੇ ਕਰਤੇ ਨੂੰ ਭਗਤ ਕਬੀਰ ਕਹਿੰਦੇ ਨੇ, ਪ੍ਰਭੂ ਇੱਕ ਮਹਾਨ ਚਿੱਤਰਕਾਰ ਹੈ। ਐਸੇ ਚਿੱਤਰਕਾਰ ਜਿਸਨੇ ਦਰਿਆ, ਪਹਾੜ, ਸੂਰਜ, ਚੰਦ, ਤਾਰੇ ਚਿੱਤਰ ਦਿੱਤੇ। ਕਬੀਰ ਕਹਿੰਦੇ ਨੇ, ਚਿੱਤਰ ਵੇਖੋ ਚਤੇਰੇ ਨਾਲ ਜੁੜੋ। ਚਿੱਤਰ ਸਿਰਫ ਵੇਖਣ ਵਾਸਤੇ ਹੈ, ਜੁੜਨ ਵਾਸਤੇ ਨਹੀਂ। ਚਿੱਤਰ ਵੇਖਣ ਤੱਕ ਹੀ ਚੰਗਾ ਹੈ। ਸ਼ੋਭਾ ਕਰੋ ਚਤੇਰੇ ਦੀ, ਜਿਸ ਚਿੱਤਰਕਾਰ ਤੋਂ ਇਸ ਤਰ੍ਹਾਂ ਦਾ ਸੁੰਦਰ ਚਿੱਤਰ ਬਣਿਆ ਹੈ। ਸੰਗੀਤ ਦੀ ਧੁਨ ਆਪਣੇ ਥਾਂ ਤੇ ਮਹਾਨ ਹੋਏਗੀ, ਪਰ ਸੰਗੀਤਕਾਰ ਤੋਂ ਬਿਨਾਂ ਕੀ ਮਾਇਨੇ ਰੱਖਦੀ ਹੈ? ਕਵਿਤਾ ਬਹੁਤ ਭਾਵਪੂਰਕ ਹੋਵੇ, ਪਰ ਕਵੀ ਤੋਂ ਬਿਨਾਂ ਉਸਦੀ ਹੋਂਦ ਵਜੂਦ ਵਿੱਚ ਨਹੀਂ ਆ ਸਕਦੀ। ਸਾਰਾ ਜਗਤ ਕਰਤੇ ਦੀ ਕ੍ਰਿਤ ਹੈ,
ਪਰ ਕਿਉਂਕਿ ਕਰਤਾ ਬਹੁਤ ਵੱਡਾ ਹੈ, ਇਸ ਕਰਕੇ ਉਹਦੀ ਕ੍ਰਿਤ ਵੀ ਬਹੁਤ ਵੱਡੀ ਹੈ। ਗੁਰਬਾਣੀ ਇਸ ਸਾਰੇ ਜਗਤ ਨੂੰ ਚਿੱਤਰ ਕਹਿੰਦੀ ਹੈ। ਇਹ ਗੱਲ ਵੱਖਰੀ ਹੈ ਕਿ ਕੋਈ ਚਿੱਤਰਕਾਰ ਇੱਕ ਪਹਾੜ ਦਾ ਚਿੱਤਰ ਬਣਾਵੇ, ਅਸੀਂ ਚਿੱਤਰਕਾਰ ਨੂੰ ਦਾਦ ਦਿੰਦੇ ਨਹੀਂ ਥੱਕਦੇ, ਕਹਿੰਦੇ ਹਾਂ ਤੂੰ ਕਮਾਲ ਕਰਤਾ, ਐਸਾ ਸੋਹਣਾ ਪਹਾੜ ਦਾ ਚਿੱਤਰ ਬਣਾਇਆ। ਪਰ ਜਿਸ ਨੇ ਇਤਨੇ ਉੱਚੇ ਉੱਚੇ ਪਹਾੜ ਬਣਾ ਦਿੱਤੇ, ਉਸ ਚਿੱਤਰਕਾਰ ਨੂੰ ਦਾਦ ਨਹੀਂ ਦਿੰਦੇ, ਅਸੀਂ ਉਪਮਾ ਨਹੀਂ ਕਰਦੇ। ਜੇ ਸਾਡੀ ਬਹੁਤ ਸੋਹਣੀ ਕੋਈ ਤਸਵੀਰ ਬਣਾ ਦੇਵੇ, ਅਸੀਂ ਉਸ ਮੁਸੱਵਰ ਨੂੰ ਦਾਦ ਦਿੰਦੇ ਹਾਂ, ਉਹਦੀ ਮਹਿਮਾ ਗਾਇਨ ਕਰਦੇ ਹਾਂ ਕਿ ਤੂੰ ਸਾਡੀ ਕਿਤਨੀ ਸੁੰਦਰ ਤਸਵੀਰ ਬਣਾਈ, ਪਰ ਕਦੀ ਉਸ ਦਾ ਧੰਨਵਾਦ ਨਹੀਂ ਕੀਤਾ ਜਿਸ ਨੇ ਸਾਨੂੰ ਬਣਾਇਆ, ਸਾਡੀ ਬਣਤਰ ਬਣਾਈ। ਕੋਈ ਫੁੱਲ ਦੀ ਤਸਵੀਰ ਬਣਾ ਦੇ, ਵਗਦੇ ਦਰਿਆ ਦੀ ਬਣਾ ਦੇ, ਪਸ਼ੂ ਦੀ ਬਣਾ ਦੇ, ਦੇਵਤੇ ਦੀ ਬਣਾ ਦੇ, ਅਸੀਂ ਚਿੱਤਰਕਾਰ ਦੀ ਉਪਮਾ ਕਰਦੇ ਹਾਂ। ਪਰ ਜਿਸ ਨੇ ਵਗਦੇ ਦਰਿਆ ਬਣਾ ਦਿੱਤੇ, ਸੂਰਜ ਚੰਨ ਤਾਰੇ ਬਣਾ ਦਿੱਤੇ, ਐਸੇ ਮਹਾਨ ਚਿਤੇਰੇ ਸਾਨੂੰ ਕਦੀ ਖਿਆਲ ਵਿੱਚ ਹੀ ਨਹੀਂ ਆਇਆ, ਕਦੀ ਧੰਨਵਾਦ ਹੀ ਨਹੀਂ ਕੀਤਾ ਕਿ ਹੇ ਪ੍ਰਭੂ ਤੂੰ ਮਹਾਨ ਚਿੱਤਰਕਾਰ ਹੈ। ਅਕਸਰ ਅਸੀਂ ਚਿੱਤਰਕਾਰ ਯਾਨੀ ਕਿ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ, ਔਰ ਚਿੱਤਰ ਹੀ ਸਾਡੇ ਚਿੱਤ ਵਿੱਚ ਰਹਿ ਜਾਂਦਾ ਹੈ, ਔਰ ਇਸ ਕਰਕੇ ਸਾਡੀ ਜ਼ਿੰਦਗੀ ਵੀ ਮਿੱਥਿਆ ਹੀ ਬਤੀਤ ਹੁੰਦੀ ਹੈ। ਗੁਰੂ ਤੇਗ ਬਹਾਦਰ ਜੀ ਵੀ ਕਹਿੰਦੇ ਨੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਜੋ ਸਰਵ ਵਿਆਪਕ ਹੈ ਤੇ ਸਦਾ ਨਿਰਲੇਪ ਹੈ, ਤੇਰੇ ਨਾਲ ਹੈ, ਉਹਦੀ ਟੋਲ ਕਰ, ਉਹਦੀ ਖੋਜ ਕਰ, ਉਹਦੇ ਨਾਲ ਜੁੜ। ਹੁਣ ਸਵਾਲ ਹੈ, ਜੋ ਸਰਵ ਵਿਆਪਕ ਹੈ ਤੇ ਸਦਾ ਨਿਰਲੇਪ ਹੈ, ਕਿਸ ਤਰ੍ਹਾਂ ਦੋਏ ਕਿਸ ਤਰ੍ਹਾਂ ਹੋਇਆ? ਵਿਆਪਕ ਨਿਰਲੇਪ ਕਿਸ ਤਰ੍ਹਾਂ ਹੋ ਸਕਦਾ ਹੈ? ਇੱਕ ਪਾਸੇ ਤੇ ਅਸੀਂ ਕਹਿ ਰਹੇ ਹਾਂ ਵੀ ਉਹ ਵਿਆਪਕ ਹੈ, ਮਤਲਬ ਜਰਰੇ ਜਰਰੇ 'ਚ ਹੈ। ਇੱਕ ਪਾਸੇ ਅਸੀਂ ਕਹਿ ਰਹੇ ਹਾਂ ਉਹ ਨਿਰਲੇਪ ਹੈ, ਯਾਨੀ ਕਿ ਇਹਦੇ ਸਾਰੇ ਜੋ ਵੀ ਉਹਨੇ ਬਣਾਇਆ ਉਸ ਤੋਂ ਅਲੱਗ ਹੈ। ਇਹ ਦੋਵੇਂ ਗੱਲਾਂ ਕਿਵੇਂ? ਇਹ ਪਰਮਾਤਮਾ ਅੱਗੇ ਇਸ ਪੰਕਤੀ 'ਚ ਕਹਿੰਦੇ ਨੇ ਕਿਵੇਂ? ਕਹਿੰਦੇ ਨੇ ਜਿਵੇਂ ਫੁੱਲ ਦੀ ਪੱਤੀ ਪੱਤੀ ਵਿੱਚ ਮਹਿਕ ਹੈ, ਨਿਰਲੇਪ ਉਹ ਐਸਾ ਹੈ ਜੈਸੇ ਸ਼ੀਸ਼ੇ ਵਿੱਚ ਅਕਸ ਦਿਖਾਈ ਦੇ ਰਿਹਾ ਹੈ। ਅਸੀਂ ਸ਼ੀਸ਼ੇ ਵਿੱਚ ਨਹੀਂ ਹੈ ਵੀ ਹਾਂ ਤੇ ਨਹੀਂ ਵੀ ਹਾਂ। ਜਗਤ ਵਿੱਚ ਉਹ ਵਿਆਪਕ ਹੈ, ਫਿਰ ਵੀ ਜਗਤ ਦੀ ਪਕੜ ਨਹੀਂ। ਇਸੇ ਤਰ੍ਹਾਂ ਉਹ ਨਿਰਲੇਪ ਹੈ, ਔਰ ਇਸ ਤਰ੍ਹਾਂ ਨਾਲ ਉਹ ਵਿਆਪਕ ਹੈ। ਮਹਾਤਮਾ ਟੈਗੋਰ ਨੂੰ ਪ੍ਰਭੂ ਦੇ ਨਿਰਲੇਪ ਹੋਣ ਦਾ ਬੋਧ ਉਦੋਂ ਮਿਲਿਆ ਜਦ ਉਹਨਾਂ ਦੇਖਿਆ ਕਿ ਗੰਦਗੀ ਦੇ ਢੇਰ ਉੱਤੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਸਨ। ਉਹ ਨੱਚ ਉੱਠੇ। ਟੈਗੋਰ ਦੇ ਨਾਲ ਦੇ ਸਾਥੀ ਪੁੱਛਦੇ ਨੇ, ਕਿਉਂ, ਕਾਹਦੇ ਤੋਂ, ਕੀ ਲੱਭ ਗਿਆ ਤੁਹਾਨੂੰ? ਬੜਾ ਉਹਨਾਂ ਫਿਰ ਟੈਗੋਰ ਕਹਿੰਦੇ ਨੇ, ਬੜਾ ਕੀਮਤੀ ਰਾਜ ਲੱਭ ਗਿਆ ਹੈ ਪਰਮਾਤਮਾ ਦਾ, ਕਿ ਉਹ ਨਿਰਲੇਪ ਹੈ। ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਛੂਹ ਰਹੀਆਂ ਨੇ, ਪਰ ਗੰਦੀਆਂ ਨਹੀਂ ਹੋ ਰਹੀਆਂ। ਪ੍ਰਭ ਮੇਰੇ ਗੰਦੇ ਸਰੀਰ ਵਿੱਚ ਵਿਆਪਕ ਹੈ, ਪਰ ਗੰਦਾ ਨਹੀਂ ਹੁੰਦਾ, ਨਿਰਲੇਪ ਹੈ, ਪਾਵਨ ਹੈ, ਪਵਿੱਤਰ ਹੈ, ਨਿਰੰਜਨ ਹੈ, ਅੰਜਨ ਤੋਂ ਰਹਿਤ ਹੈ, ਕਾਲਕ ਤੋਂ ਰਹਿਤ ਹੈ, ਨਿਰਲੇਪ ਹੈ। ਤੇ ਇਸ ਤੋਂ ਅੱਗੇ ਫਿਰ ਗੁਰੂ ਨਾਨਕ ਜੀ ਕਹਿੰਦੇ ਨੇ, ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਮਾਣ ਪ੍ਰਾਪਤ ਕੀਤਾ। ਕਿਆ ਪ੍ਰਭੂ ਨੂੰ ਵੀ ਸਾਡੀ ਸੇਵਾ ਦੀ ਲੋੜ ਹੈ? ਈਸ਼ਵਰ ਸਰਬੱਗ ਹੈ, ਸਮਰਥ ਹੈ, ਸੇਵਾ ਆਪਣੇ ਤੋਂ ਕਮਜ਼ੋਰ ਦੀ ਕੀਤੀ ਜਾਂਦੀ ਹੈ। ਆਪਣੇ ਤੋਂ ਜੋ ਮਹਾਨ ਹੈ ਉਹਦੀ ਸੇਵਾ ਕਿਵੇਂ ਕਰਾਂਗੇ? ਉਹਦੀ ਤਾਂ ਪੂਜਾ ਕਰਾਂਗੇ, ਲੋੜ ਹੀ ਨਹੀਂ ਤੇ ਕਿਸ ਦੀ ਸੇਵਾ? ਪਰ ਸਤਿਗੁਰ ਕਹਿੰਦੇ ਨੇ, ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਹੈ, ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਉਸ ਪ੍ਰਭੂ ਦਾ ਨਾਮ ਜਪਣਾ ਹੀ ਸੇਵਾ ਹੈ। ਪ੍ਰਭੂ ਦਾ ਨਾਮ ਜਪਦਿਆਂ ਬਾਅਦ ਵਿੱਚ ਪਤਾ ਲੱਗਦਾ ਹੈ, ਮੈਂ ਆਪਣੀ ਹੀ ਸੇਵਾ ਕਰ ਲਈ, ਮੈਂ ਕਮਜ਼ੋਰ ਸੀ, ਹੁਣ ਪਰਮਾਤਮਾ ਵਰਗਾ ਹੋ ਗਿਆ ਹਾਂ। ਪ੍ਰਭੂ ਦੇ ਗੀਤ ਗਾ ਗਾ ਕੇ ਈਸ਼ਵਰ ਦੀ ਮਹਿਮਾ ਗਾਇਨ ਕਰਨੀ, ਆਪਣੀ ਉਪਮਾ ਵਧਾਣੀ ਹੈ। ਈਸ਼ਵਰ ਦੇ ਗੁਣਾਂ ਦਾ ਜ਼ਿਕਰ ਕਰਨਾ, ਸਵਯੰ ਨੂੰ ਗੁਣਵਾਨ ਬਣਾਉਣਾ ਹੈ। ਜੋ ਈਸ਼ਵਰ ਨੂੰ ਬਲਵਾਨ ਆਖਦਾ ਹੈ, ਉਹ ਆਪ ਬਲਵਾਨ ਹੋ ਜਾਂਦਾ ਹੈ। ਈਸ਼ਵਰ ਨੂੰ ਪਰਮ ਪ੍ਰਕਾਸ਼ ਆਖਦਾ ਹੈ, ਉਹ ਸਵਯੰ ਪ੍ਰਕਾਸ਼ ਦਾ ਸੋਮਾ ਬਣ ਜਾਂਦਾ ਹੈ। ਜੋ ਈਸ਼ਵਰ ਨੂੰ ਦਾਤਾ ਆਖਦਾ ਹੈ, ਉਹ ਖੁਦ ਦਾਤਾ ਬਣ ਜਾਂਦਾ ਹੈ। ਈਸ਼ਵਰ ਨੂੰ ਵਿਆਪਕ ਆਖਦਾ ਹੈ, ਸਵਯੰ ਵਿਸ਼ਾਲ ਬਣ ਜਾਂਦਾ ਹੈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਅਸੀਂ ਸੂਰਜ ਵਿੱਚ ਆਖੀਏ ਬੜੀ ਰੋਸ਼ਨੀ ਹੈ, ਬੜੀ ਰੋਸ਼ਨੀ ਹੈ, ਸਾਡੇ ਨਾਲ ਰੋਸ਼ਨੀ ਆਖਣ ਨਾਲ ਤੇ ਉਹਦੇ ਕੋਈ ਰੋਸ਼ਨੀ ਦੇ ਅੰਦਰ ਨਾ ਵਾਧਾ ਹੋ ਜਾਏਗਾ ਨਾ ਘਾਟਾ ਹੋਗਾ। ਜੇ ਅਸੀਂ ਨਾ ਆਖਾਂਗੇ ਤੇ ਉਹਦੇ 'ਚ ਕੋਈ ਹਨੇਰਾ ਨਹੀਂ ਹੋ ਚੱਲਾ, ਉਹ ਤਾਂ ਪਰਮ ਪ੍ਰਕਾਸ਼ ਹੈ। ਜੇ ਪਰਮਾਤਮਾ ਦੇ ਗੁਣਾਂ ਦਾ ਜ਼ਿਕਰ ਕਰੀਏ ਤੇ ਸਾਡੇ ਜ਼ਿਕਰ ਕਰਨ ਨਾਲ ਗੁਣਵਾਨ ਨਹੀਂ ਹੈ, ਉਹ ਸਵਯੰ ਗੁਣਵਾਨ ਹੈ,
ਤੇ ਜੇ ਨਾ ਕਰੀਏ ਉਸਦੇ ਗੁਣ ਕੋਈ ਘਟਦੇ ਵੀ ਨਹੀਂ। ਸੇਵਾ ਪ੍ਰਭੂ ਦੀ ਕਰਨੀ ਆਪਣੀ ਹੀ ਮਹਾਨਤਾ ਵਧਾਣੀ ਹੈ, ਗੁਣਾਂ ਨੂੰ ਵਧਾਣਾ ਹੈ। ਇਸ ਕਰਕੇ ਸਾਡਾ ਮਾਨ ਤਾਂ ਆਪਣੇ ਆਪ ਵੱਧ ਜਾਂਦਾ ਹੈ, ਕਿਉਂਕਿ ਪ੍ਰਭੂ ਇੱਕ ਸ਼ਕਤੀ ਹੈ। ਸ਼ਕਤੀ ਨਾਲ ਜੁੜਦਿਆਂ, ਤਾਨ ਨਾਲ ਜੁੜਦਿਆਂ ਕੁਦਰਤੀ ਗੱਲ ਹੈ, ਜਗਤ ਵਿੱਚ ਮਾਣ ਵਧਣਾ ਹੀ ਸੀ। ਪਰਮਾਤਮਾ ਦੀ ਸੇਵਾ ਕਰਨੀ ਹੈ ਤੇ ਕਿਸ ਢੰਗ ਨਾਲ ਕਰਨੀ ਹੈ, ਇਸ ਨੂੰ ਗੁਰੂ ਨਾਨਕ ਮਹਾਰਾਜ ਅੱਗੇ ਚੱਲ ਕੇ ਖੋਲ੍ਹਦੇ ਨੇ। ਨਾਨਕ ਗਾਵੀਏ ਗੁਣੀ ਨਿਧਾਨ। ਕੀ ਗਾਵਣਾ ਹੈ ਕਿ ਤੂੰ ਗੁਣਾਂ ਦਾ ਖਜ਼ਾਨਾ ਹੈ, ਭੰਡਾਰ ਹੈ। ਦਰਅਸਲ ਗੁਣ ਵਧਾਏ ਜਾਈਏ, ਕਰਦੇ ਜਾਈਏ ਤਾਂ ਜ਼ਿੰਦਗੀ ਵਿੱਚ ਪ੍ਰਭੂ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਜੇ ਸਾਡੇ ਅਵਗੁਣ ਵੱਧਦੇ ਜਾਣ, ਪ੍ਰਭੂ ਤੋਂ ਦੂਰੀ ਹੋ ਜਾਂਦੀ ਹੈ। ਗੁਣ ਵਧਣ ਨਾਲ ਨੇੜਤਾ ਵੱਧਦੀ ਹੈ, ਔਰ ਗੁਣ ਵੱਧਦਿਆਂ ਵੱਧਦਿਆਂ ਗੁਣ ਨਿਧਾਨ ਹੋ ਜਾਂਦਾ ਹੈ। ਮਨੁੱਖ ਸਾਗਰ ਹੋ ਜਾਂਦਾ ਹੈ, ਸਾਗਰ ਹੋ ਜਾਂਦਾ ਹੈ, ਖਜ਼ਾਨਾ ਹੋ ਜਾਂਦਾ ਹੈ ਗੁਣਾਂ ਦਾ। ਗੁਣ ਤਾਂ ਵੈਸੇ ਸਾਰੇ ਹੀ ਬਹੁਤ ਮਹਾਨ ਨੇ, ਪਰ ਦੋ ਗੁਣ ਦਇਆ ਤੇ ਸੰਤੋਖ ਬੜੀ ਵੱਡੀ ਮਹਾਨਤਾ ਰੱਖਦੇ ਨੇ। ਇਹ ਹਕੀਕਤ ਹੈ, ਜਿੱਥੇ ਸੰਤੋਖ ਨਹੀਂ ਉਹ ਸਿਮਰਨ ਨਹੀਂ ਕਰ ਸਕਦਾ, ਤੇ ਜਿੱਥੇ ਦਇਆ ਨਹੀਂ ਮੁਸ਼ਕਲ ਹੈ ਮਨੁੱਖ ਸੇਵਾ ਕਰ ਸਕੇ। ਸੇਵਾ ਸੰਸਾਰ ਦੀ ਕਰਨੀ ਹੈ, ਸਿਮਰਨ ਨਿਰੰਕਾਰ ਦਾ ਕਰਨਾ ਹੈ। ਸਿਮਰਨ ਸੰਤੋਖੀ ਨੇ ਕਰਨਾ ਹੈ, ਸੇਵਾ ਦਿਆਲੂ ਨੇ ਕਰਨੀ ਹੈ। ਸੰਸਾਰ ਪ੍ਰਭੂ ਦਾ ਸਰਗਣ ਸਰੂਪ ਹੈ, ਨਿਰੰਕਾਰ ਪ੍ਰਭੂ ਦਾ ਨਿਰਗਣ ਸਰੂਪ ਹੈ। ਇਸ ਵਾਸਤੇ ਮੂਰਤੀ ਦੀ ਸੇਵਾ ਹੀ ਹੋ ਸਕਦੀ ਹੈ, ਸਿਮਰਨ ਨਹੀਂ। ਵਿਅਕਤੀ ਦੀ ਸੇਵਾ ਹੋ ਸਕਦੀ ਹੈ, ਸਿਮਰਨ ਨਹੀਂ। ਸਿਮਰਨ ਨਿਰੰਕਾਰ ਦਾ, ਸੇਵਾ ਸਾਕਾਰ ਦੀ। ਸਾਕਾਰ ਨੂੰ ਸੇਵਾ ਦੀ ਲੋੜ ਹੈ, ਵਸਤਰ ਪਹਿਨਾਣੇ ਨੇ, ਇਸ਼ਨਾਨ ਕਰਾਉਣਾ ਹੈ, ਭੋਜਨ ਕਰਾਉਣਾ ਹੈ, ਕੋਈ ਬਿਮਾਰ ਹੈ ਦਵਾਈ ਦੇਣੀ ਹੈ, ਇਲਾਜ ਕਰਾਉਣਾ ਹੈ, ਤੇ ਉਹ ਸਾਕਾਰ ਨੂੰ ਸੇਵਾ ਦੀ ਲੋੜ ਪੈਂਦੀ ਹੈ। ਨਿਰੰਕਾਰ ਨੂੰ ਸੇਵਾ ਦੀ ਲੋੜ ਨਹੀਂ। ਨਿਰੰਕਾਰ ਨਿਰਲੇਪ ਹੈ। ਸੇਵਾ ਕਰਕੇ ਸਾਕਾਰ ਨਾਲ ਜੁੜਨਾ ਹੈ, ਸਿਮਰਨ ਕਰਕੇ ਨਿਰੰਕਾਰ ਨਾਲ। ਸੇਵਾ ਦਇਆ ਕਰਕੇ ਕੀਤੀ ਜਾ ਸਕਦੀ ਹੈ, ਸਿਮਰਨ ਸੰਤੋਖ ਕਰਕੇ ਹੋ ਸਕਦਾ ਹੈ। ਨਾਨਕ ਗਾਵੀਏ ਗੁਣੀ ਨਿਧਾਨ। ਕੀ ਗਾਵੀਏ, ਕਿਸ ਤਰ੍ਹਾਂ ਗਾਈਏ? ਕੋਈ ਸੁਰਤਾਲ ਦਾ ਬੋਧ ਨਹੀਂ, ਕੋਈ ਪ੍ਰਭੂ ਦੇ ਗੁਣਾਂ ਦਾ ਬੋਧ ਨਹੀਂ, ਕੀ ਗਾਈਏ? ਪ੍ਰਭੂ ਅੱਗੇ ਕਹਿੰਦੇ ਨੇ, ਸਾਹਿਬ ਕਹਿੰਦੇ ਨੇ, ਗਾਵੀਏ ਸੁਣੀਏ ਮਨ ਰਾਖੀਏ ਭਾਓ। ਪਹਿਲੇ ਉਸ ਪ੍ਰਭੂ ਨੂੰ ਸੁਣੋ। ਇਸ ਵਾਸਤੇ ਸਤਸੰਗ ਦੀ ਮਹਿਮਾ ਹੈ, ਤੇ ਸਤਸੰਗ ਉਹ ਜਿੱਥੇ ਸੱਚ ਦੀ ਚਰਚਾ ਚੱਲ ਰਹੀ ਹੋਵੇ, ਸੱਚ ਦੀ ਵਿਆਖਿਆ ਕੀਤੀ ਜਾ ਰਹੀ ਹੋਵੇ, ਸੱਚ ਦੇ ਗੁਣਾਂ ਦਾ ਪ੍ਰਭਾਵ ਹੋਵੇ। ਉੱਥੇ ਕੋਈ ਬੈਠੇ ਇੱਕ ਮਨ ਹੋ ਕੇ ਸੁਣੇ, ਧਿਆਨ ਲਾ ਕੇ ਸੁਣੇ। ਸੁਣਦਿਆਂ ਸੁਣਦਿਆਂ ਹੀ ਸਤਸੰਗੀ ਬਣ ਜਾਏਗਾ। ਸੁਣਦਿਆਂ ਹੀ ਪਰਮਾਤਮਾ ਨਾਲ ਸੰਬੰਧ ਜੁੜ ਜਾਏਗਾ। ਇੱਕ ਬੰਦਾ ਬੋਲ ਰਿਹਾ ਹੋਵੇ ਤੇ ਦੂਜਾ ਸੁਣ ਹੀ ਨਾ ਰਿਹਾ ਹੋਵੇ, ਸੰਬੰਧ ਨਹੀਂ ਜੁੜੇਗਾ। ਸੰਬੰਧ ਤੇ ਸੁਣਦਿਆਂ ਹੀ ਜੁੜੇਗਾ। ਬੋਲਣਾ ਔਰ ਸੁਣਨਾ ਇਹ ਸੰਬੰਧ ਨੂੰ ਜੋੜਦਾ ਹੈ, ਵੇਖਣ ਨਾਲ ਸੰਬੰਧ ਨਹੀਂ ਜੁੜਦੇ। ਦੁਸ਼ਮਣ ਵੀ ਇੱਕ ਦੂਜੇ ਨੂੰ ਵੇਖ ਲੈਂਦੇ ਨੇ, ਪਰ ਦੁਸ਼ਮਣ ਆਪਸ ਦੇ ਵਿੱਚ ਨਾ ਇੱਕ ਦੂਜੇ ਨਾਲ ਬੋਲਦੇ ਨੇ, ਨਾ ਇੱਕ ਦੂਜੇ ਦੀ ਗੱਲ ਸੁਣਦੇ ਨੇ। ਇਸ ਵਾਸਤੇ ਪ੍ਰਭੂ ਦਾ, ਉਹਨਾਂ ਦਾ ਵੀ ਸੰਬੰਧ ਨਹੀਂ ਜੁੜਦਾ। ਇਸੇ ਤਰੀਕੇ ਨਾਲ ਹੀ ਪ੍ਰਭੂ ਨੂੰ ਵੀ ਅਸੀਂ ਬੋਲ ਕੇ ਸੁਣ ਕੇ ਸੁਣਾਂਗੇ ਤਾਂ ਹੀ ਸਾਡਾ ਸੰਬੰਧ ਉਹਦੇ ਨਾਲ ਜੁੜੇਗਾ। ਉਸ ਪਰਮਾਤਮਾ ਦੀ ਗੱਲ ਸੁਣਨੀ ਹੈ, ਉਸ ਦੀ ਗੱਲ, ਤਾਂ ਹੀ ਸਾਡਾ ਪਰਮਾਤਮਾ ਨਾਲ ਸੰਬੰਧ ਜੁੜੇਗਾ। ਪਹਿਲੇ ਸੁਣਨੀ ਹੈ। ਤੇ ਕਿਹੜੇ ਬੋਲ ਸੁਣਨੇ ਨੇ? ਜਗਤ ਦੇ ਰਹਿਬਰੀ ਪੁਰਸ਼ਾਂ ਦੇ ਬੋਲ ਨੇ, ਉਹ ਪ੍ਰਭੂ ਦੇ ਬੋਲ ਨੇ, ਉਹ ਈਸ਼ਵਰੀ ਬੋਲ ਨੇ। ਇਸ ਵਾਸਤੇ ਸੁਣਨੇ ਨੇ ਕਿ ਇਹਨਾਂ ਦੇ ਬੋਲ ਪੁਰਾਣੇ ਨਹੀਂ ਹੁੰਦੇ, ਫਿੱਕੇ ਨਹੀਂ ਪੈਂਦੇ। ਬੋਲ ਸਾਨੂੰ ਕਦੀ ਬੇਰਸ ਨਹੀਂ ਕਰਦੇ। ਬੋਲਾਂ ਵਿੱਚ ਹਮੇਸ਼ਾ ਨਵੀਨਤਾ ਬਣੀ ਰਹਿੰਦੀ ਹੈ। ਕੋਈ ਕਵਿਤਾ ਇੱਕ ਦਫਾ ਸੁਣੋ, ਦੋ ਦਫਾ ਸੁਣੋ, ਲਾਜ਼ਮੀ ਪੁਰਾਣੀ ਹੋ ਜਾਏਗੀ। ਲੇਕਿਨ ਸੰਤਾਂ ਮਹਾਂਪੁਰਸ਼ਾਂ ਦੇ ਵਚਨ ਰੋਜ਼ ਰੋਜ਼ ਪੜ੍ਹੀਏ ਤਾਂ ਵੀ ਕੋਈ ਉਹੀ ਨਵਾਂ ਸਵਾਦ, ਨਵੀਂ ਉਮੰਗ, ਨਵੀਂ ਤਰੰਗ, ਕੋਈ ਨਵੀਂ ਦੁਨੀਆ ਦੇ ਦੁਆਰ ਖੁੱਲ੍ਹਦੇ ਨੇ। ਕਿਉਂਕਿ ਇਹ ਉਹ ਬਚਨ ਨੇ ਜੋ ਖਸਮ ਦੇ ਬਚਨ ਨੇ। ਤਮਾਮ ਸ੍ਰੇਸ਼ਟ ਪੁਰਸ਼ਾਂ ਨੇ ਐਸਾ ਹੀ ਆਖਣਾ ਹੈ ਕਿ ਇਹ ਬੋਲ ਸਾਡੇ ਨਹੀਂ, ਇਹ ਸਾਡੇ ਵਿੱਚੋਂ ਖਸਮ ਬੋਲ ਰਿਹਾ ਹੈ। ਤੇ ਉਹਨਾਂ ਬਚਨਾਂ ਨੂੰ ਬਾਰ-ਬਾਰ ਬੋਲਣਾ ਹੈ, ਬਾਰ-ਬਾਰ ਸੁਣਨਾ ਹੈ। ਗਾਵੀਏ ਸੁਣੀਏ ਮਨ ਰੱਖੀਏ ਭਾਓ। ਮਨ ਵਿੱਚ ਭਾਵ ਪੈਦਾ ਕਰਨਾ ਹੈ। ਭਾਵ ਇੱਕ ਐਸੀ ਅਵਸਥਾ ਹੈ ਜਿਸ ਨੂੰ ਅਸੀਂ ਗੁਣ ਤੇ ਨਹੀਂ ਕਹਿ ਸਕਦੇ, ਇੱਕ ਅਵਸਥਾ ਹੀ ਕਹਿ ਸਕਦੇ ਹਾਂ। ਜਿਵੇਂ ਤੰਦਰੁਸਤੀ ਸਰੀਰ ਦੀ ਇੱਕ ਅਵਸਥਾ ਹੈ, ਬਿਮਾਰੀ ਵੀ ਇੱਕ ਅਵਸਥਾ ਹੈ।
ਮਨ ਦੀ ਵੀ ਇੱਕ ਐਸੀ ਅਵਸਥਾ ਹੁੰਦੀ ਹੈ ਜਿਸ ਨੂੰ ਅਸੀਂ ਰੋਜ਼ ਯਾਦ ਕਰੀਏ ਤੇ ਯਾਦ ਤੋਂ ਹੀ ਭਾਵ ਬਣ ਜਾਂਦਾ ਹੈ, ਯਾਦ ਹੀ ਪ੍ਰੇਮ ਬਣ ਜਾਂਦਾ ਹੈ, ਸਿਮਰਨ ਹੀ ਪ੍ਰੇਮ ਬਣ ਜਾਂਦਾ ਹੈ। ਗਾਵਨਾ ਔਰ ਸੁਣਨਾ ਹੈ ਤਦ ਤੱਕ ਜਦ ਤੱਕ ਉਹ ਭਾਵ ਨਹੀਂ ਬਣ ਜਾਂਦਾ, ਪ੍ਰੇਮ ਨਹੀਂ ਬਣ ਜਾਂਦਾ। ਪ੍ਰੇਮ ਬਣ ਗਿਆ, ਗਾਵਣਾ ਸਫਲ ਹੋ ਗਿਆ। ਪ੍ਰੇਮ ਨਹੀਂ ਬਣਿਆ ਤੇ ਅਜੇ ਗਾਵਣਾ ਔਰ ਸੁਣਨਾ ਬੀਜ ਰੂਪ ਵਿੱਚ ਨੇ, ਅੰਕੁਰਿਤ ਨਹੀਂ ਹੋਏ, ਫਲੀਭੂਤ ਨਹੀਂ ਹੋਏ, ਅਜੇ ਫਲ ਤੱਕ ਨਹੀਂ ਪਹੁੰਚਿਆ। ਹਰ ਫਲ ਦਾ ਬੀਜ ਇੱਕ ਹੁੰਦਾ ਹੈ, ਪਰ ਦੁੱਖਾਂ ਦੇ ਬੀਜ ਅਨੇਕਾਂ ਨੇ। ਅਨੇਕਾਂ ਕਾਰਨਾਂ ਤੋਂ ਦੁੱਖ ਪੈਦਾ ਹੋ ਜਾਂਦੇ ਨੇ, ਅਨੰਤ ਬੀਜ ਨੇ ਇਹਦੇ। ਔਰ ਦੁੱਖ ਇੱਕ ਬੋਝ ਹੈ, ਜਿਸ ਤਰ੍ਹਾਂ ਪਰਮਾਤਮਾ ਵਿਆਪਕ ਹੈ, ਜੀਵ ਵਿੱਚ ਦੁੱਖ ਵੀ ਵਿਆਪਕ ਨੇ। ਦੁੱਖ ਦੀ ਨਿਵਰਤੀ ਕਿਸ ਤਰ੍ਹਾਂ ਹੋਵੇ? ਗਾਵੀਏ ਸੁਣੀਏ ਮਨ ਰੱਖੀਏ ਪਾਓ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਜਗਤ ਵਿੱਚ ਸ਼੍ਰੇਸ਼ਟ ਪੁਰਸ਼ਾਂ ਨੇ ਆਪਣੇ ਆਪਣੇ ਢੰਗ ਨਾਲ ਦੁੱਖਾਂ ਦੀ ਨਿਵਰਤੀ ਦੇ ਸਾਧਨ ਲੱਭੇ। ਇਹਨਾਂ ਵਿੱਚ ਕੁਝ ਰਾਜਨੀਤਿਕ ਨੇ, ਉਹਨਾਂ ਨੇ ਆਪਣੇ ਢੰਗ ਨਾਲ ਜਗਤ ਨੂੰ, ਦੇਸ਼ ਨੂੰ ਸੁੱਖ ਪਹਿਚਾਣ ਦੀ ਕੋਸ਼ਿਸ਼ ਕੀਤੀ। ਹਰ ਦੇਸ਼ ਵਿੱਚ, ਮੁਲਕ ਵਿੱਚ ਉੱਘੇ ਚੋਟੀ ਦੇ ਰਾਜਨੀਤਿਕ ਪੁਰਖ ਹੋਏ ਨੇ, ਲੇਕਿਨ ਦੇਸ਼ ਨੂੰ, ਜਗਤ ਨੂੰ ਸੁੱਖ ਨਹੀਂ ਦੇ ਸਕੇ। ਫਿਰ ਵੇਦ ਨੇ, ਹਕੀਮ ਨੇ, ਡਾਕਟਰ ਨੇ, ਇਹਨਾਂ ਦੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮਨੁੱਖ ਦੇ ਤਨ ਵਿੱਚ ਜੋ ਰੋਗ ਨੇ ਤੇ ਰੋਗਾਂ ਕਰਕੇ ਮਨੁੱਖ ਦੁਖੀ ਹੈ, ਇਹ ਮਨੁੱਖ ਦੇ ਸਰੀਰ ਵਿੱਚੋਂ ਕੱਢ ਦਈਏ। ਵੇਦ ਡਾਕਟਰ ਮੌਜੂਦ ਨੇ, ਪਰ ਰੋਗ ਵੀ ਮੌਜੂਦ ਨੇ। ਰੋਗਾਂ ਦੀ ਨਿਵਰਤੀ ਨਹੀਂ ਹੋ ਸਕਦੀ। ਇੱਕ ਰੋਗ ਨੂੰ ਕਾਬੂ ਕਰੀਏ, ਅਣਗਿਣਤ ਰੋਗ ਹੋਰ ਪੈਦਾ ਹੋ ਜਾਂਦੇ ਨੇ। ਜਿਤਨੇ ਚਿਰ ਤੱਕ ਕੋਈ ਨਵੀਂ ਦਵਾਈ ਬਾਜ਼ਾਰ ਵਿੱਚ ਆਉਂਦੀ ਹੈ, ਉਸ ਤੋਂ ਪਹਿਲਾਂ ਕੋਈ ਨਵਾਂ ਰੋਗ ਮਨੁੱਖ ਦੇ ਸਰੀਰ ਵਿੱਚ ਪ੍ਰਗਟ ਹੋ ਜਾਂਦਾ ਹੈ। ਤੇ ਔਸ਼ਧੀਆਂ ਮੌਜੂਦ ਨੇ, ਰੋਗੀ ਵੀ ਮੌਜੂਦ ਨੇ। ਮਨੁੱਖ ਦੀ ਮਾਨਸਿਕ ਪੀੜਾ ਹਿਰਨ ਵਾਸਤੇ ਅਨੇਕਾਂ ਤਰ੍ਹਾਂ ਦੇ ਮਨੋਵਿਗਿਆਨੀ ਵੀ ਮੌਜੂਦ ਨੇ, ਜਿਨ੍ਹਾਂ ਦੀ ਕੋਸ਼ਿਸ਼ ਹੈ ਕਿ ਮਨੁੱਖ ਦੇ ਮਨ ਵਿੱਚ ਦੁੱਖਾਂ ਦਾ ਸਹਿਮ ਹੈ, ਜੋ ਵਹਿਮ ਹੈ, ਉਹਨੂੰ ਕੱਢ ਦਈਏ। ਲੇਕਿਨ ਸਭ ਮੌਜੂਦ ਨੇ ਤੇ ਦੁੱਖ ਵੀ ਮੌਜੂਦ ਨੇ, ਦੁੱਖ ਦੂਰ ਹੀ ਨਹੀਂ ਹੋ ਪਾ ਰਹੇ। ਗੁਰੂ ਨਾਨਕ ਜੀ ਦਾ ਇੱਕ ਵਾਕ ਅਮਰ ਹੈ, ਬਾਲੀ ਰੋਵੇ ਨਾਏ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਜਿੱਥੇ ਪਰਮਾਤਮਾ ਵਿਆਪਕ ਹੈ, ਦੁੱਖ ਵੀ ਵਿਆਪਕ ਨੇ ਸੰਸਾਰ ਵਿੱਚ। ਦੁੱਖ ਜਿਸ ਢੰਗ ਨਾਲ ਦੂਰ ਹੁੰਦਾ ਹੈ, ਔਰ ਢੰਗ ਮਨੁੱਖ ਨੇ ਅਪਣਾਇਆ ਹੀ ਨਹੀਂ। ਜਿਹੜੇ ਜਿਹੜੇ ਸਾਧਨਾਂ ਨਾਲ ਦੁੱਖ ਦੀ ਨਿਵਰਤੀ ਹੋ ਸਕਦੀ ਹੈ, ਉਹ ਮਨੁੱਖ ਨੇ ਝੋਲੀ ਵਿੱਚ ਪਾਏ ਹੀ ਨਹੀਂ ਨੇ। ਇਸ ਵਾਸਤੇ ਹਰ ਦਿਨ ਨਵੇਂ ਦੁੱਖ ਨੂੰ ਜਨਮ ਦੇ ਰਿਹਾ ਹੈ, ਔਰ ਦੁੱਖਾਂ ਦੀ ਪੰਡ ਸਿਰ ਤੇ ਵੱਧਦੀ ਜਾ ਰਹੀ ਹੈ। ਸਾਹਿਬਾਂ ਦਾ ਫਰਮਾਨ ਹੈ, ਦੁੱਖ ਦੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਹਰ ਮਨੁੱਖ ਦੇ ਸਿਰ ਤੇ ਦੁੱਖਾਂ ਦੀ ਗਠਰੀ ਹੈ, ਔਰ ਇਹ ਬੋਝਲ ਹੁੰਦੀ ਜਾ ਰਹੀ ਹੈ, ਰੋਜ਼ ਵੱਧਦਾ ਜਾ ਰਿਹਾ ਹੈ, ਦੁੱਖ ਘਟਦਾ ਨਹੀਂ ਪਿਆ। ਇਸ ਗੱਲ ਨਾਲ ਅਜੀਮ ਚਿੰਤਕ ਸਹਿਮਤ ਹੋ ਗਏ ਨੇ। ਇੱਕ ਸਦੀ ਪਿੱਛੇ ਚਲੇ ਜਾਈਏ ਤੇ ਮਨੁੱਖ ਦੇ ਮਨ ਵਿੱਚ ਇਤਨਾ ਸੰਤਾਪ ਨਹੀਂ ਸੀ ਜਿਤਨਾ ਅੱਜ ਹੈ। 5 ਸਦੀਆਂ ਪਿੱਛੇ ਚਲੇ ਜਾਈਏ ਤੇ ਮਨੁੱਖ ਦਾ ਮਨ ਜਿਤਨਾ ਸੰਤੋਖੀ ਸੀ, ਅੱਜ ਨਹੀਂ ਹੈ। ਔਰ ਇਸ ਤਰੀਕੇ ਨਾਲ 3000 ਸਾਲ ਪਿੱਛੇ ਚਲੇ ਜਾਈਏ, ਦੇਵੀ ਗੁਣਾਂ ਦੀ ਜੋ ਸੰਪਦਾ ਜੋ ਮਨੁੱਖ ਕੋਲ ਸੀ, ਅੱਜ ਨਹੀਂ ਹੈ। ਠੀਕ ਹੈ, ਅੱਜ ਜਿਤਨੀ ਸਿਆਣਪ ਹੈ ਤੇ ਨਵੀਆਂ ਤੋਂ ਨਵੀਆਂ ਔਸ਼ਧੀਆਂ ਨੇ, ਅੱਜ ਜਿਤਨੀ ਵਿਗਿਆਨ ਦੀ ਉન્નਤੀ ਹੈ, ਉਸ ਤੋਂ ਪਹਿਲਾਂ ਨਹੀਂ ਸੀ। ਪਰ ਅੱਜ ਜਿਤਨਾ ਦੁੱਖ ਹੈ, ਪਹਿਲਾਂ ਨਹੀਂ ਸੀ। ਪਹਿਲਾਂ ਰੁੱਖਾਂ ਥੱਲੇ, ਪਹਾੜਾਂ ਦੀ ਕੰਦਰਾਂ ਵਿੱਚ ਰਹਿ ਕੇ ਬੰਦੇ ਆਪਣਾ ਗੁਜ਼ਾਰਾ ਕਰ ਲੈਂਦੇ ਸਨ। ਕੱਖਾਂ ਦੀ ਕੁੱਲੀ ਵਿੱਚ ਵੀ ਮਨੁੱਖ ਸੁਖੀ ਸੀ। ਅੱਜ ਗਗਨਚੁੰਬੀ ਇਮਾਰਤਾਂ ਵਿੱਚ ਰਹਿ ਕੇ ਵੀ ਮਨੁੱਖ ਦੁਖੀ ਹੈ। ਇੱਕ ਥਾਂ ਤੋਂ ਦੂਜੀ ਥਾਂ ਜਾਣ ਵਾਸਤੇ ਕੋਈ ਸਾਧਨ ਨਹੀਂ ਸਨ ਹੁੰਦੇ, ਪੈਦਲ ਹੀ ਬੰਦਾ ਚੱਲਦਾ ਸੀ। ਲੇਕਿਨ ਫਿਰ ਵੀ ਪਰਮਾਤਮਾ ਤੱਕ ਪਹੁੰਚਣ ਦਾ ਮਨੁੱਖ ਕੋਲ ਵਸੀਲਾ ਸੀ। ਅੱਜ ਇੱਕ ਥਾਂ ਤੋਂ ਦੂਸਰੀ ਥਾਂ ਪਹੁੰਚਣ ਦੇ ਬੜੇ ਸੋਹਣੇ ਸਾਧਨ ਮੌਜੂਦ ਨੇ। ਬੱਸਾਂ ਨੇ, ਰੇਲਾਂ ਨੇ, ਕਾਰਾਂ ਨੇ, ਹਵਾਈ ਜਹਾਜ਼ ਨੇ, ਆਵਾਜ਼ ਤੋਂ ਤਿੱਖੇ ਸਾਧਨ ਨੇ। ਪਰ ਮਨੁੱਖ ਦਾ ਪਰਮਾਤਮਾ ਤੱਕ ਪਹੁੰਚਣਾ ਔਖਾ ਹੋ ਗਿਆ ਹੈ। ਪਕਵਾਨ ਵੀ ਜੋ ਅੱਜ ਹਨ, ਉਹ ਸਵਾਦਿਸ਼ਟ ਨੇ, ਚੰਗੇ ਚੰਗੇ ਨੇ, ਚੰਦ ਸਦੀਆਂ ਪਹਿਲਾਂ ਸਨ। ਲੇਕਿਨ ਜੀਵਨ ਵਿੱਚ ਚੰਦ ਸਦੀਆਂ ਪਹਿਲਾਂ ਇੰਨਾ ਸਵਾਦ ਸਮਾਨ ਨਹੀਂ ਸੀ। ਲੇਕਿਨ ਜੀਵਨ ਜਿਤਨਾ ਅੱਜ ਫਿੱਕਾ ਹੈ, ਪਹਿਲਾਂ ਨਹੀਂ ਸੀ। ਪਹਿਨਣ ਨੂੰ ਜਿਤਨੇ ਸੁੰਦਰ ਵਸਤਰ ਅੱਜ ਨੇ, ਇਹ ਪਹਿਲੇ ਨਹੀਂ ਸਨ। ਇਹ ਵੀ ਸੱਚਾਈ ਹੈ, ਮਨੁੱਖ ਜਿਤਨਾ ਨੰਗਾ ਅੱਜ ਹੈ, ਪਹਿਲਾਂ ਨਹੀਂ ਸੀ। ਸੁੰਦਰਤਾ ਨੂੰ ਚਮਕਾਉਣ ਦਾ ਤੇ ਜਿਤਨੇ ਸਾਧਨ ਅੱਜ ਨੇ, ਇਹ ਪਹਿਲੇ ਨਹੀਂ ਸਨ। ਪਰ ਇਹ ਵੀ ਸਹੀ ਹੈ, ਜਿਤਨਾ ਅੱਜ ਮਨੁੱਖ ਕਰੂਪ ਹੈ, ਪਹਿਲਾਂ ਨਹੀਂ ਸੀ। ਜ਼ਿੰਦਗੀ ਕਾਇਮ ਰਹਿ ਸਕੇ, ਜ਼ਿੰਦਗੀ ਲੰਮੀ ਹੋ ਸਕੇ, ਤਰ੍ਹਾਂ ਤਰ੍ਹਾਂ ਦੇ ਸਾਧਨ ਹਨ। ਲੇਕਿਨ ਜਿਤਨਾ ਅੱਜ ਮੌਤ ਦਾ ਭੈ ਹੈ ਬੰਦੇ ਦੇ ਮਨ ਦੇ ਵਿੱਚ, ਪਹਿਲਾਂ ਨਹੀਂ ਸੀ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫਰਮਾਨ ਮਨੁੱਖ ਆਪਣੇ ਘਰ ਵਿੱਚ ਕਿਸ ਤਰ੍ਹਾਂ ਸੁੱਖ ਲੈ ਕੇ ਆਏ। ਸਾਡਾ ਘਰ ਕਿਹੜਾ ਹੈ? ਹਿਰਦਿਆਂ ਦਾ ਹੀ ਘਰ ਹੈ ਸਾਡਾ। ਘਰ ਵਿੱਚ ਸਾਜੋ ਸਮਾਨ ਆ ਗਿਆ ਹੈ, ਹਿਰਦੇ ਵਿੱਚ ਸੁੱਖ ਨਹੀਂ ਆਇਆ। ਮਕਾਨ ਵਿੱਚ ਤਰ੍ਹਾਂ ਤਰ੍ਹਾਂ ਦੀ ਸੰਪਦਾ ਆ ਗਈ ਹੈ, ਹਿਰਦੇ ਵਿੱਚ ਆਨੰਦ ਉਲਾਸ ਨਹੀਂ ਆਇਆ। ਤਰ੍ਹਾਂ ਤਰ੍ਹਾਂ ਦੇ ਸਾਜੋ ਸਮਾਨ ਵਸਤਰਾਂ ਨਾਲ ਮਕਾਨ ਭਰ ਗਿਆ ਹੈ, ਲੇਕਿਨ ਹਿਰਦਿਆ ਸੁੱਖਾਂ ਨਾਲ ਖਾਲੀ ਹੋ ਗਿਆ ਹੈ। ਦੁੱਖ ਪਰ ਹਰ ਸੁੱਖ ਕਰ ਲੈ ਜਾਓ। ਅਗਰ ਇਸ ਸਾਧਨ ਨੂੰ ਅਪਣਾ ਲਿਆ ਜਾਏ ਤਾਂ ਮਨੁੱਖ ਦੁੱਖ ਨੂੰ ਪਰਾਂ ਸੁੱਟ ਜਾਏਗਾ ਔਰ ਸੁੱਖਾਂ ਨੂੰ ਘਰ ਵਿੱਚ ਲੈ ਆਵੇਗਾ, ਹਿਰਦਿਆਂ ਵਿੱਚ ਲੈ ਆਵੇਗਾ। ਤੇ ਸਾਧਨ ਕੀ ਹੈ? ਗਾਵੀਏ ਸੁਣੀਏ ਮਨ ਰੱਖੀਏ ਭਾਓ, ਦੁੱਖ ਪਰ ਹਰੈ ਸੁੱਖ ਕਰ ਲੈ ਆਓ। ਗਾਇਆ ਹੋਇਆ ਸੁਣਿਆ ਨਹੀਂ ਤਾਂ ਗਾਇਆ ਹੋਇਆ ਹਵਾ ਵਿੱਚ ਉੱਡ ਗਿਆ ਹੈ, ਔਰ ਅਗਰ ਸੁਣ ਰਿਹਾ ਹੈ ਗਾਇਆ ਹੋਇਆ ਅੰਦਰ ਪ੍ਰਵੇਸ਼ ਕਰ ਗਿਆ ਹੈ। ਔਰ ਇਹ ਗੀਤ जैसे जैसे अंदर प्रवेश करेगा सुख अंदर प्रवेश करेगा, प्रभु दा नाद जैसे जैसे अंदर प्रवेश करेगा आनंद अंदर प्रवेश करेगा। पंज तत्त दा ये पुतला है, किसी एक तत्त नूं माध्यम बना के परमात्मा तक पहुंचण दी कोशिश की है इस जगत ने। पैगंबरी पुरुष मुहम्मद साहब ने मिट्टी नूं प्रधानता दी है। मस्तक जमीन ते बार बार ये तू ला, ਇਹ ਬੰਦੇ ਤੂੰ ਮਿੱਟੀ ਹੋ ਜਾ ਔਰ ਇਤਨੀ ਮਿੱਟੀ ਕੇ ਹਰ ਇੱਕ ਦੇ ਪੈਰਾਂ ਦੇ ਥੱਲੇ ਹੋਵੇਂ, ਕਿਸੇ ਦੇ ਸਿਰ ਤੇ ਨਾ ਬੈਠੇ, ਪੈਰਾਂ ਦੇ ਥੱਲੇ ਹੀ ਰਹੇ, ਫਿਰ ਤੈਨੂੰ ਪ੍ਰਭੂ ਦਾ ਦੁਆਰ ਨਸੀਬ ਹੋ ਜਾਏਗਾ। ਦੇਖਣ ਵਿੱਚ ਆਇਆ ਹੈ ਧਰਮ ਮੰਦਰਾਂ ਵਿੱਚ ਪੈਰਾਂ ਦੀ ਧੂਲ ਨੂੰ ਲੋਕੀ ਮਸਤਕ ਤੇ ਲਾ ਲੈਂਦੇ ਨੇ। ਸਤਸੰਗੀ ਦੇ ਪੈਰਾਂ ਦੀ ਖਾਕ ਜੋ ਮਸਤਕ ਤੇ ਬੈਠ ਸਕਦੀ ਹੈ ਤੇ ਮਨੁੱਖ ਸੰਸਾਰ ਦੀ ਖਾਕ ਬਣ ਜਾਏ, ਉਹਨੂੰ ਪਰਮਾਤਮਾ ਦਾ ਸਿੰਘਾਸਨ ਨਸੀਬ ਹੋ ਸਕਦਾ ਹੈ। ਫਿਰ ਜੋ ਦੂਸਰਾ ਸੀ, ਜਲ ਨੂੰ ਸਾਧਨ ਬਣਾ ਕੇ ਪਰਮਾਤਮਾ ਤੱਕ ਪਹੁੰਚਣ ਦਾ ਵਸੀਲਾ ਲੱਭਿਆ ਵੈਦਿਕ ਰਿਸ਼ੀਆਂ ਨੇ। ਸਰੋਵਰਾਂ ਦੇ ਕੰਢੇ ਬੈਠ ਕੇ, ਝੀਲਾਂ ਦੇ ਕੰਢੇ ਬੈਠ ਕੇ, ਦਰਿਆਵਾਂ ਤੇ ਬੈਠ ਕੇ ਬਾਰ-ਬਾਰ ਇਸ਼ਨਾਨ ਕਰਕੇ, ਤੀਰਥਾਂ ਦਾ ਇਸ਼ਨਾਨ ਕਰਕੇ, ਜਲ ਨਾਲ ਸੰਬੰਧ ਜੋੜ ਕੇ ਪਰਮਾਤਮਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ। ਤੀਸਰਾ ਜੋਗੀਆਂ ਤੇ ਜੈਨੀਆਂ ਦੇ ਤੀਰਥ ਸਨ। ਉਹ ਖੁਸ਼ਕ ਪਹਾੜਾਂ ਤੇ ਸਨ, ਗਰਮ ਪਹਾੜਾਂ ਤੇ ਹਨ। ਯੋਗੀ ਆਪਣੇ ਆਲੇ ਦੁਆਲੇ ਧੂਣਾ ਤਪਾ ਕੇ ਧੁੱਪ ਵਿੱਚ ਬੈਠ ਕੇ ਪ੍ਰਭੂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਰਿਹਾ। ਉਹਨੇ ਮਾਧਿਅਮ ਬਣਾਇਆ ਅਗਨ। ਇਤਨਾ ਤੇਜ, ਇਤਨੀ ਅਗਨ ਆਪਣੇ ਅੰਦਰ ਵਧਾ ਕਿ ਅਗਨ ਹੀ ਬ੍ਰਹਮ ਬਣ ਜਾਏ, ਜਿਸ ਨੂੰ ਕਹਿੰਦੇ ਨੇ ਬ੍ਰਹਮ ਅਗਨ। ਬ੍ਰਹਮ ਅਗਨ ਅੰਦਰੋਂ ਪ੍ਰਗਟ ਹੋ ਜਾਏ, ਯਾਨੀ ਕਿ ਪਰਮਾਤਮਾ ਦਾ ਅਗਨ ਨਾਲ ਕਨੈਕਸ਼ਨ ਕੱਢ ਲਿਆ। ਹੁਣ ਕਿਸੇ ਨੇ ਤੇ ਜੀਵਨ ਨੂੰ ਜਲ ਵਰਗਾ ਬਣਾ ਲਿਆ ਕਿ ਜਿਵੇਂ ਜਲ ਨਾਲ ਸੰਬੰਧ ਜੋੜ ਕੇ ਜਲ ਵਰਗਾ ਪਰਉਪਕਾਰੀ ਹੋ ਜਾ, ਕਿਉਂਕਿ ਜਲ ਵੀ ਪਰਉਪਕਾਰੀ ਹੈ, ਪਿਆਸ ਮਿਟਾ ਦਿੰਦਾ ਹੈ, ਨਿਰਮਲ ਕਰ ਦਿੰਦਾ ਹੈ, ਸਵੱਛ ਕਰ ਦਿੰਦਾ ਹੈ। ਤੂੰ ਜਲ ਬਣ ਜਾ। ਬਾਰ-ਬਾਰ ਇਸ਼ਨਾਨ, ਦਰਿਆਵਾਂ ਦੇ ਤੱਟ ਤੇ ਬੈਠਣਾ ਔਰ 68 ਤੀਰਥਾਂ ਦਾ ਰਟਨ ਕਰਨਾ, ਇਹ ਜਲ ਹੋਣ ਦੀ ਕੋਸ਼ਿਸ਼ ਸੀ। ਅਗਨੀ ਦੇ ਆਲੇ ਦੁਆਲੇ ਬੈਠਣਾ ਜਾਂ ਚਾਰੋਂ ਪਾਸੇ ਅਗਨ ਜਲ ਕਰਕੇ ਵਿਚਕਾਰ ਬੈਠਣਾ, ਜਲਾ ਕਰਕੇ ਬੈਠਣਾ, ਇਹ ਬ੍ਰਹਮ ਅਗਨ ਨੂੰ ਪ੍ਰਚਲਨ ਕਰਨ ਦੀ ਕੋਸ਼ਿਸ਼ ਸੀ। ਬਾਰ-ਬਾਰ ਮਸਤਕ ਨੂੰ ਮਿੱਟੀ ਤੇ ਰੱਖਣਾ, ਇਹ ਮਿੱਟੀ ਹੋਣਾ ਸੀ, ਨਿਰਮਾਣ ਹੋਣ ਦੀ ਕੋਸ਼ਿਸ਼ ਸੀ। ਲੇਕਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਵਨ ਤੱਤ ਨੂੰ ਬਣਾ ਕੇ ਪਰਮਾਤਮਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਪਵਨ ਤੱਤ ਦੀ ਪ੍ਰਕਿਰਤੀ ਹੈ ਬੋਲਣਾ। ਦੇਹੀ ਮਾਟੀ ਬੋਲੇ ਪਵਨ। ਸਿਰ ਝੁਕਾ ਕੇ ਸਿਰ ਨੂੰ ਜ਼ਮੀਨ ਤੇ ਰੱਖ ਕੇ ਸਿਰ ਨੂੰ ਪਹੁੰਚਾਇਆ ਗਿਆ ਖੁਦਾ ਤੱਕ। ਇਹ ਇਸਲਾਮ ਦਾ ਸਾਧਨ ਸੀ। ਜਲ ਦੇ ਨਾਲ ਇਸ਼ਨਾਨ ਕਰ ਕਰਕੇ ਪਵਿੱਤਰ ਬਣਾਇਆ ਗਿਆ ਆਪਣੇ ਆਪ ਨੂੰ, ਇਹ ਵੈਦਿਕ ਢੰਗ ਨਾਲ ਸੀ। ਅਗਨ ਚਾਰੇ ਪਾਸੇ ਬਾਲ ਕੇ, ਧੂਣੇ ਤਪਾ ਕੇ, ਧੁੱਪ ਵਿੱਚ ਬੈਠ ਕੇ ਬ੍ਰਹਮ ਅਗਨ ਦੀ ਮਨੁੱਖ ਅੰਦਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਾਰ-ਬਾਰ ਬੋਲ ਕੇ ਕੋਸ਼ਿਸ਼ ਕੀਤੀ ਗਈ, ਮਨੁੱਖ ਦੇ ਅੰਦਰੋਂ ਪਰਮਾਤਮਾ ਬੋਲੇ, ਈਸ਼ਵਰ ਬੋਲੇ। ਹੁਣ ਪਰਮਾਤਮਾ ਦਾ ਬਾਰ-ਬਾਰ ਜਾਪ ਕਰੀ ਜਾਈਏ ਔਰ ਬੋਲਦਿਆਂ ਜਿੱਥੇ ਖੁਦ ਮਨੁੱਖ ਮਿਟ ਜਾਂਦਾ ਹੈ, ਉੱਥੇ ਮਨੁੱਖ ਅੰਦਰੋਂ ਈਸ਼ਵਰ ਬੋਲਣ ਲੱਗ ਜਾਂਦਾ ਹੈ। ਤੇ ਪਵਨ ਤੱਤ ਨੂੰ ਪ੍ਰਧਾਨ ਬਣਾ ਕੇ, ਸਾਧਨ ਬਣਾ ਕੇ ਗੁਰੂ ਨਾਨਕ ਨੇ ਪ੍ਰਭੂ ਦੀ ਬੰਦਗੀ ਆਰੰਭ ਕੀਤੀ। ਦੇਹੀ ਮਾਟੀ ਬੋਲੇ ਪਵਨ। ਅਸੀਂ ਬੋਲਦੇ ਹਾਂ ਪਵਨ ਕਰਕੇ। ਬੋਲੀ ਜਾ ਉਤਨੇ ਚਿਰ ਤੱਕ, ਬੋਲੀ ਜਾ ਜਿਤਨੇ ਚਿਰ ਤੱਕ ਅਬੋਲ ਅਵਸਥਾ ਨਸੀਬ ਨਹੀਂ ਹੁੰਦੀ। ਕੇਸ਼ੋ ਕੂਕੀਏ ਨਾ ਸੋਈਏ ਆਸਾਦ, ਰਾਤ ਦਿਨ ਅਸਕੇ ਕੂਕ ਨੇ
ਕਦੇ ਕਬੇ ਕੇ ਸੁਨੇ ਪੁਕਾਰ, ਇੱਕ ਦੋ ਜਿਬੋ ਲੱਖ ਹੋਏ ਲਖਵੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਜਗਦੀਸ਼ ਦਾ ਨਾਮ ਰਟਨ ਕਰੀ ਜਾ, ਔਰ ਇਤਨੇ ਚਿਰ ਤੱਕ ਬੋਲ ਜਿਤਨੇ ਚਿਰ ਤੱਕ ਤੇਰੇ ਅੰਦਰੋਂ ਪਰਮਾਤਮਾ ਨਹੀਂ ਬੋਲਦਾ। ਬੋਲੀ ਜਾ, ਇਹ ਇੱਕ ਸਾਧਨ ਹੈ ਗੁਰੂ ਘਰ ਦੀ। ਹੁਣ ਸਵਾਲ ਪੈਦਾ ਹੁੰਦਾ ਹੈ, ਕਿਸ ਤਰ੍ਹਾਂ ਗਾਈਏ ਔਰ ਕੀ ਗਾਈਏ? ਤੇ ਸਤਿਗੁਰ ਦੱਸਦੇ ਨੇ, ਗੁਰਮੁਖ ਨਾਦਮ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਗੁਰੂ ਦੇ ਮੁਖ ਤੋਂ ਜੋ ਬੋਲ ਨਿਕਲਿਆ ਹੈ ਉਹੀ ਨਾਦ ਹੈ, ਉਹੀ ਵੇਦ ਹੈ। ਗੁਰੂ ਤੋਂ ਮੁਰਾਦ ਜੋ ਸਵਯੰ ਰੋਸ਼ਨ ਹੋ ਚੁੱਕਿਆ ਹੈ। ਉਹ ਜੋ ਬੋਲ ਨੇ ਬਾਰ-ਬਾਰ ਦੁਹਰਾਣੇ ਨੇ। ਗੁਰੂ ਦੇ ਮੁਖ ਤੋਂ ਨਿਕਲਿਆ ਸ਼ਬਦ ਇਹੀ ਅਨਹਦ ਨਾਦ ਹੈ, ਇਹੀ ਗਿਆਨ ਹੈ, ਇਹੀ ਵੇਦ ਹੈ। ਗੁਰਮੁਖ ਰਿਹਾ ਸਮਾਈ। ਗੁਰੂ ਦੇ ਮੁਖ ਤੋਂ ਜੋ ਨਿਕਲਿਆ ਹੋਇਆ ਵਾਕ ਹੈ, ਪਰਮਾਤਮਾ ਉਹਦੇ ਵਿੱਚ ਸਮਾਇਆ ਹੋਇਆ ਹੈ, ਵਿਆਪਕ ਹੈ। ਉਹਨਾਂ ਬੋਲਾਂ ਨੂੰ ਬੋਲ ਕੇ ਮਨੁੱਖ ਪਰਮਾਤਮਾ ਨਾਲ ਜੁੜ ਸਕਦਾ ਹੈ। ਜਗਤ ਵਿੱਚ ਇਸ ਤਰ੍ਹਾਂ ਬੋਲ ਮੌਜੂਦ ਨੇ, ਜੋ ਉਹਨਾਂ ਨੂੰ ਜਪਿਆ ਜਾਏ ਤੇ ਅਸੀਂ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ। ਗੁਰੂ ਈਸ਼ਰ, ਗੁਰੂ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ। ਗੁਰੂ ਦੀ ਇਤਨੀ ਵੱਡੀ ਮਹਿਮਾ ਸਤਿਗੁਰ ਦੱਸਦੇ ਨੇ। ਗੁਰੂ ਹੀ ਵਿਸ਼ਨੂੰ ਹੈ, ਸ਼ਿਵ ਜੀ ਹੈ, ਗੋਰਖ ਹੈ, ਬ੍ਰਹਮਾ ਹੈ, ਗੁਰੂ ਹੀ ਪਾਰਬਤੀ ਮਾਂ ਹੈ। ਵਿਸ਼ਨੂੰ ਦੀ ਤਰ੍ਹਾਂ ਸਤੋਗੁਣੀ ਸੁਭਾਅ ਵਾਲਾ ਗੁਰੂ ਹੈ। ਸ਼ਿਵ ਜੀ ਦੀ ਤਰ੍ਹਾਂ ਬੈਰਾਗੀ ਬਿਰਤੀ ਰੱਖਣ ਵਾਲਾ ਗੁਰੂ ਹੈ। ਬ੍ਰਹਮਾ ਜੀ ਦੀ ਤਰ੍ਹਾਂ ਗਿਆਨ ਰੱਖਣ ਵਾਲਾ ਗੁਰੂ ਹੈ, ਔਰ ਪਾਰਬਤੀ ਦੀ ਤਰ੍ਹਾਂ ਸੇਵਾ ਭਾਵ ਰੱਖਣ ਵਾਲਾ ਗੁਰੂ ਹੈ। ਇੱਕ ਇੱਕ ਗੁਣ ਕਿਸੇ ਇੱਕ ਦੇਵਤੇ ਚੋਂ ਲੱਭਿਆ ਹੋਏਗਾ। ਸਾਰੇ ਗੁਣ ਗੁਰੂ ਵਿੱਚ ਮੌਜੂਦ ਨੇ, ਸਰਬੱਗ ਗੁਣ ਗੁਰੂ ਵਿੱਚ ਮੌਜੂਦ ਨੇ। ਜਿੱਥੇ ਵਿਸ਼ਨੂੰ ਹਾਰ ਸ਼ਿੰਗਾਰ ਕਰਕੇ ਖੜੇ ਨੇ ਲਕਸ਼ਮੀ ਕੋਲ, ਬੜੀ ਸ਼ਾਨੋ ਸ਼ੌਕਤ ਹੈ, ਸਜਾਵਟ ਹੈ, ਉੱਥੇ ਦੇਖਣ ਵਿੱਚ ਆਏਗਾ ਕਿ ਮੁਰਦਿਆਂ ਦੀ ਖੋਪੜੀ ਦੀ ਮਾਲਾ ਸ਼ਿਵ ਜੀ ਦੇ ਗਲ ਵਿੱਚ ਹੈ। ਤਾਲਮੇਲ ਨਹੀਂ ਖਾਂਦਾ, ਦੋਨੋਂ ਦਾ ਸਰੂਪ ਹੈ। ਵੇਦ ਨੇ, ਗਿਆਨ ਉਚਾਰਨ ਹੋ ਰਿਹਾ ਹੈ। ਬ੍ਰਹਮਾ ਜੀ ਕਿਉਂਕਿ ਖੋਜੀ ਬਿਰਤੀ ਦੇ ਸਨ, ਉਹਨਾਂ ਦਾ ਵੀ ਜਿਹੜਾ ਤਾਲਮੇਲ ਸੀ ਸ਼ਿਵ ਜੀ ਨਾਲ ਨਹੀਂ ਬੈਠਦਾ ਸੀ। ਸ਼ਿਵ ਜੀ ਬੈਰਾਗੀ ਬਿਰਤੀ ਦੇ ਸਨ, ਉਹਨਾਂ ਦਾ ਕਹਿਣਾ ਸੀ ਕਿ ਕਾਲ ਨੂੰ ਵੇਖ ਕੇ ਕਾਲ ਤੱਕ ਪਹੁੰਚਣਾ ਹੈ। ਮਗਰ ਬ੍ਰਹਮਾ ਦੀ ਤਰ੍ਹਾਂ ਗਿਆਨੀ ਵੀ ਹੈ, ਔਰ ਗੁਰੂ ਪਾਰਬਤੀ ਵੀ ਦੀ ਤਰ੍ਹਾਂ ਸੇਵਾ ਭਾਵ ਵੀ ਰੱਖਣ ਵਾਲਾ ਹੈ। ਗੁਰੂ ਦੇ ਦਰਸ਼ਨ ਸਰਬੱਗ ਦੇਵਤਿਆਂ ਦੇ ਦਰਸ਼ਨ ਨੇ। ਅੱਗੇ ਗੁਰੂ ਨਾਨਕ ਜੀ ਕਹਿੰਦੇ ਨੇ, ਜੇ ਹੋ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਜੇ ਮੈਂ ਪਰਮਾਤਮਾ ਦੀ ਝਲਕ ਵੇਖ ਲਈ ਹੈ ਤੇ ਮੈਂ ਕਹਿਣਾ ਨਹੀਂ, ਜ਼ਿਕਰ ਨਹੀਂ ਕਰਨਾ, ਆਖਣਾ ਨਹੀਂ। ਦਰਅਸਲ ਜ਼ੁਬਾਨ ਜੋ ਕੁਝ ਕਹਿੰਦੀ ਹੈ ਆਹਤ ਸ਼ਬਦ ਹੈ, ਪਰ ਜਦ ਕਦੀ ਮਨੁੱਖ ਅਨਾਹਤ ਤੱਕ ਪਹੁੰਚਦਾ ਹੈ, ਪਰਮਾਤਮਾ ਹੀ ਅੰਦਰੋਂ ਬੋਲਦਾ ਹੈ, ਤੇ ਉਹ ਬੋਲ ਇਤਨੇ ਮਹਾਨ ਨੇ ਕਿ ਉਹ ਸਾਰੇ ਦੇ ਸਾਰੇ ਜ਼ੁਬਾਨ ਨਾਲ ਪ੍ਰਗਟ ਕਰਨੇ ਬਹੁਤ ਔਖੇ ਨੇ। ਤੇ ਸਤਿਗੁਰ ਫਰਮਾਨ ਕਰਦੇ ਨੇ, ਕਹਿਣਾ ਕਥਨ ਨਾ ਜਾਈ। ਉਹ ਮੇਰੀ ਕਥਨੀ ਵਿੱਚ ਨਹੀਂ ਆਂਦਾ, ਉਹ ਇਤਨਾ ਮਹਾਨ, ਮੇਰੀ ਕਥਨੀ ਤੁੱਛ ਹੈ, ਔਰ ਉਹ ਇਤਨਾ ਵੱਡਾ, ਮੇਰਾ ਕਹਿਣਾ ਛੋਟਾ ਹੈ, ਸੀਮਾ ਵਿੱਚ ਹੈ। ਤੇ ਫਿਰ ਅੱਗੇ ਅਰਦਾਸ ਕਰਦੇ ਨੇ, ਪ੍ਰਾਰਥਨਾ ਕਰਦੇ ਨੇ, ਕਹਿੰਦੇ ਨੇ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੇ ਗੁਰੂ, ਇੱਕ ਗੱਲ ਬੁਝਾ ਦੇ, ਇੱਕ ਦੀ ਸੂਝ ਦੇ, ਕਿਉਂ ਇੱਕ ਵਸਤੂ ਬੂਝੇ ਤਾਂ ਹੋਵੇਂ ਪਾਕ, ਬਿਨਾ ਬੂਝੇ ਤੂੰ ਸਦਾ ਨਪਾਕ। ਇੱਕ ਨੂੰ ਜਾਣ ਲਈਏ ਤੇ ਮਨੁੱਖ ਪਵਿੱਤਰ ਹੋ ਜਾਂਦਾ ਹੈ, ਇੱਕ ਨੂੰ ਨਾ ਸਮਝੀਏ ਤੇ ਮਨੁੱਖ ਅਪਵਿੱਤਰ ਹੁੰਦਾ ਹੈ। ਇੱਕ ਨੂੰ ਜਾਣ ਲਈਏ ਤੇ ਬੰਦਾ ਸਭ ਕੁਝ ਜਾਣ ਲੈਂਦਾ ਹੈ, ਔਰ ਇੱਕ ਨੂੰ ਨਾ ਜਾਣੀਏ ਤੇ ਸਭ ਕੁਝ ਜਾਣਨ ਦੇ ਬਾਵਜੂਦ ਵੀ ਬੰਦਾ ਅਗਿਆਨੀ ਰਹਿੰਦਾ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਗੁਰਾਂ ਇੱਕ ਦੇ ਬੁਝਾਈ, ਕਹਿੰਦੇ ਨੇ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੋ ਸਾਰਿਆਂ ਜੀਵਾਂ ਨੂੰ ਦਾਤ ਦੇਣ ਵਾਲਾ ਹੈ, ਕੀੜੇ ਮਕੌੜੇ, ਅਸਥੂਲ ਸੂਖਸ਼ਮ, ਜਲ ਜੰਤੂ, ਥਲ ਜੰਤੂ, ਨਭ ਜੰਤੂ, ਵਨਸਪਤੀ, ਜੋ ਸਭ ਨੂੰ ਰਿਜ਼ਕ ਪਹੁੰਚਾਉਣ ਵਾਲਾ ਹੈ, ਦਾਤਾ ਦੇਣ ਵਾਲਾ ਹੈ। ਗੁਰੂ ਉਸ ਦੀ ਸੂਝ ਕਰਾ, ਸਮਝ ਕਰਾ। ਉਹ ਸੂਝ ਹੀ ਨਹੀਂ, ਸਮਝ ਹੀ ਨਹੀਂ, ਸੋ ਮੈਂ ਵਿਸਰ ਨਾ ਜਾਈ। ਉਹ ਮੈਨੂੰ ਯਾਦ ਵਿੱਚ ਬਣਿਆ ਰਹੇ ਤੇ ਸੰਬੰਧ ਜੁੜਿਆ ਰਹੇਗਾ ਮੇਰਾ। ਯਾਦ ਮਿਟ ਜਾਏ, ਉਹਦਾ ਸੰਬੰਧ ਵੀ ਟੁੱਟ ਜਾਂਦਾ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਵਿਅਕਤੀ ਦਾ ਚਿੰਤਨ ਦੁੱਖਾਂ ਦਾ ਚਿੰਤਨ ਹੈ, ਸੰਸਾਰ ਦਾ ਚਿੰਤਨ ਦੁੱਖਾਂ ਦਾ ਚਿੰਤਨ ਹੈ। ਸੰਸਾਰ ਦੇ ਕਣ ਕਣ ਵਿੱਚ ਦੁੱਖ ਹੀ ਵਿਆਪਕ ਹੈ। ਨਿਰੰਕਾਰ ਦਾ ਚਿੰਤਨ ਸੁੱਖਾਂ ਦਾ ਚਿੰਤਨ ਹੈ, ਆਨੰਦਾਂ ਦੀ ਪ੍ਰਾਪਤੀ ਹੈ, ਖੁਸ਼ੀਆਂ ਨੂੰ ਝੋਲੀ ਵਿੱਚ ਪਾਉਣਾ ਹੈ। ਤੇ ਜਿਹੜਾ ਪਰਮਾਤਮਾ ਸਾਰਿਆਂ ਨੂੰ ਰਿਜ਼ਕ ਦੇ ਰਿਹਾ ਹੈ, ਰਾਜਕ ਰਹਿੰਦ ਹੈ, ਰੋਜੀ ਦਹਿੰਦ ਹੈ, 8 ਪਹਿਰ ਉਸ ਦਾ ਚਿੰਤਨ ਚੱਲਦਾ ਰਹੇ।
ਇਹੀ ਗੁਰੂ ਨਾਨਕ ਜੀ ਮੰਗਦੇ ਨੇ। ਇਸ ਤਰ੍ਹਾਂ ਦੀ ਉਹ ਕਹਿੰਦੇ ਨੇ ਸਾਨੂੰ ਸਮਝ ਦੇ ਅਤੇ ਆਪਣੀ ਰਹਿਮਤ ਕਰ। ਅਤੇ ਇਹ ਸੀ ਜੀ ਇਸ ਪੌੜੀ ਦੀ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਧਾਨ। ਗਾਵੀਏ ਸੁਣੀਏ ਮਨ ਰਖੀਏ ਭਾਉ, ਦੁਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਗੁਰੂ ਈਸ਼ਰ ਗੁਰੂ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ। ਜੈ ਹੋ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨ ਜਾਈ। ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ।